सत श्री अकाल, तुसीं देख रहे हो पंजाब मेल USA TV। मैं वरुण कौर मान। खबरां दे बुलेटिन 'ਚ ਤੁਹਾਡਾ ਸਵਾਗਤ। खबरां दे बुलेटिन ਦੇ स्पॉन्सर ਰੀਅਲ एस्टेट ब्रोकर मोहन चीमा। ਰੀਅਲ एस्टेट ਦੀ ਦੁਨੀਆ 'ਚ ਮੰਨੇ ਪਰਮੰਨੇ ਨਾਮ ਪੇਸ਼ ਨੇ। ਪਹਿਲਾਂ ਚੋਣਵੀਆਂ ਖਬਰਾਂ। खुशखबरी, न्यूजीलैंड ने 2 साल बाद मुड़ खोले अंतरराष्ट्रीय सैलानियों लिए दरवाजे। एयर इंडिया ने अमृतसर, चंडीगढ़ ते दिल्ली तो नंदेड़ साहिब की उड़ान की बंद। स्पाइस जेट की बंबई दुर्गापुर फ्लाइट लैंडिंग दौरान हुई हादसा ग्रस्त, 12 यात्री गंभीर जख्मी। पुतिन कैंसर की सर्जरी ਲਈ ਤਿਆਰ, ਅਸਥਾਈ ਤੌਰ ਤੇ ਸਾਬਕਾ KGB ਮੁਖੀ ਨਿਕੋਲੋਈ पेटरुशेव ਨੂੰ ਸੌਂਪਣਗੇ ਸੱਤਾ। ਬਾਈਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਆਪਣਾ ਵੀ ਉਡਾਇਆ ਮਜ਼ਾਕ। ਉਦਾਰ ਵਿਸ਼ਵ ਵਿਵਸਥਾ ਨੂੰ ਗੰਭੀਰ ਖਤਰਿਆਂ ਦਾ ਸਾਹਮਣਾ, ਜੋ ਬਾਈਡਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। न्यूजीलैंड ने सोमवार ਨੂੰ 2 ਸਾਲਾਂ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕੀਤਾ ਹੈ। BBC ਨੇ ਰਿਪੋਰਟ ਦਿੱਤੀ ਹੈ ਕਿ ਹੁਣ 60 ਤੋਂ ਵੱਧ ਦੇਸ਼ਾਂ ਦੇ ਲੋਕ ਜਿਨ੍ਹਾਂ ਨੇ ਵਾਇਰਸ ਦੇ ਵਿਰੁੱਧ ਟੀਕਾ ਲਗਵਾਇਆ ਹੋਇਆ ਹੈ ਅਤੇ ਉਹ ਕੋਵਿਡ ਨੈਗੇਟਿਵ ਹਨ, ਦੇਸ਼ ਵਿੱਚ ਦਾਖਲ ਹੋ ਸਕਦੇ ਨੇ। ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਸੋਮਵਾਰ ਨੂੰ ਆਉਣ ਵਾਲੀਆਂ ਪਹਿਲੀਆਂ ਉਡਾਣਾਂ ਵਿੱਚ ਸੈਲਾਨੀਆਂ ਦੇ ਨਾਲ-ਨਾਲ ਵਾਪਸ ਆਉਣ ਵਾਲੇ ਨਾਗਰਿਕ ਵੀ ਸ਼ਾਮਲ ਸਨ। BBC ਨੇ ਬੁਲਾਰੇ ਦੇ ਹਵਾਲੇ ਨਾਲ ਕਿਹਾ, ਇਹ ਬਹੁਤ ਵਧੀਆ ਹੈ ਕਿ ਅੰਤਰਰਾਸ਼ਟਰੀ ਸੈਲਾਨੀ ਸਾਡੇ ਸੁੰਦਰ ਦੇਸ਼ ਦਾ ਦੁਬਾਰਾ ਦੌਰਾ ਕਰਨ ਦੇ ਯੋਗ ਹੋਣਗੇ। ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਮਾਰਚ ਤੋਂ ਦੇਸ਼ ਦੇ ਅੰਦਰ ਤੇ ਬਾਹਰ ਜਾਣ ਦੀ ਆਗਿਆ ਦਿੱਤੀ ਗਈ ਹੈ, ਜਦੋਂ ਕਿ ਆਸਟ੍ਰੇਲੀਆਈ ਲੋਕਾਂ ਨੂੰ ਅਪ੍ਰੈਲ ਤੋਂ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਸੀ। BBC ਨੇ ਰਿਪੋਰਟ ਦਿੱਤੀ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੇ ਮਾਰਚ 2020 ਵਿੱਚ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਬੰਦ ਕਰ ਦਿੱਤੀਆਂ ਸੀ, ਇੱਥੋਂ ਤੱਕ ਕਿ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਦਾਖਲ ਹੋਣ ਤੇ ਹਫ਼ਤੇ ਦੇ ਕੁਆਰੰਟਾਈਨ ਨੂੰ ਪੂਰਾ ਕਰਨਾ ਪਿਆ। ਇਸ ਸਾਲ ਦੇ ਸ਼ੁਰੂ ਵਿੱਚ ਸਰਹੱਦ ਨੂੰ ਮੁੜ ਖੋਲ੍ਹਣ ਦੀ ਘੋਸ਼ਣਾ ਕਰਦੇ ਸਮੇਂ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਕਿਹਾ ਕਿ ਦੱਖਣੀ ਪ੍ਰਸ਼ਾਂਤ ਰਾਸ਼ਟਰ ਦੁਨੀਆ ਦਾ ਵਾਪਸ ਸਵਾਗਤ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਅੰਤਰਰਾਸ਼ਟਰੀ ਸੈਲਾਨੀਆਂ ਦੇ ਸੈਰ ਸਪਾਟੇ ਤੇ ਬਹੁਤ ਜ਼ਿਆਦਾ ਨਿਰਭਰ ਹੈ। ਏਅਰ ਇੰਡੀਆ ਦੀ ਨੰਦੇੜ ਸਾਹਿਬ ਲਈ ਇੱਥੋਂ ਸਿੱਧੀ ਉਡਾਣ ਮੁੜ ਤੋਂ ਬੰਦ ਕਰ ਦਿੱਤੀ ਗਈ ਹੈ। ਏਅਰਲਾਈਨ ਕੰਪਨੀ ਨੇ ਟਿਕਟ ਬੁਕਿੰਗ ਬੰਦ ਕਰ ਦਿੱਤੀ ਹੈ ਤੇ ਇਸ ਦੇ ਪਿਛਲੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ। ਇਹੀ ਨਹੀਂ, ਅੰਮ੍ਰਿਤਸਰ ਤੋਂ ਇਲਾਵਾ ਏਅਰ ਇੰਡੀਆ ਨੇ ਚੰਡੀਗੜ੍ਹ ਤੋਂ ਦਿੱਲੀ ਤੋਂ ਨੰਦੇੜ ਜਾਣ ਵਾਲੀ ਫਲਾਈਟ ਨੂੰ ਰੋਕ ਦਿੱਤਾ। ਟਾਟਾ ਵੱਲੋਂ ਓਵਰਟੇਕ ਕਰਨ ਤੋਂ ਬਾਅਦ ਇਹ तमाम ਰੂਟ ਬੰਦ ਕੀਤੇ ਜਾ ਰਹੇ ਨੇ। ਹਾਲਾਂਕਿ ਅੰਮ੍ਰਿਤਸਰ ਤੋਂ ਨੰਦੇੜ ਉਡਾਣ ਨੂੰ 30 ਸਤੰਬਰ 2021 ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੇ ਰੋਸ ਜ਼ਾਹਿਰ ਕੀਤਾ ਸੀ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਤੇ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਤੇ ਇਤਰਾਜ਼ ਕੀਤਾ ਸੀ। ਉਹਨਾਂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਕਰੀਬ 3 ਮਹੀਨੇ ਬਾਅਦ 24 ਨਵੰਬਰ 2021 ਨੂੰ ਫਲਾਈਟ ਸ਼ੁਰੂ ਕੀਤੀ ਗਈ ਸੀ, ਪਰ ਹੁਣ ਅਚਾਨਕ ਏਅਰ ਇੰਡੀਆ ਨੇ ਇਹ ਫਲਾਈਟ ਰੋਕ ਦਿੱਤੀ ਹੈ। ਸਤੰਬਰ 2021 ਵਿੱਚ ਬੰਦ ਹੋਣ ਤੋਂ ਪਹਿਲਾਂ ਫਲਾਈਟ ਨੂੰ ਹਫ਼ਤੇ ਵਿੱਚ 3 ਦਿਨਾਂ ਲਈ ਮੁੜ ਨਿਰਧਾਰਿਤ ਕੀਤਾ ਗਿਆ ਸੀ। ਇਹ ਨਵੰਬਰ 2021 ਵਿੱਚ ਸ਼ੁਰੂ ਕੀਤੀ ਗਈ ਸੀ। ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਦੀ ਉਡਾਣ ਹਰ ਬੁੱਧਵਾਰ ਤੇ ਨੰਦੇੜ ਸਾਹਿਬ ਤੋਂ ਅੰਮ੍ਰਿਤਸਰ ਲਈ ਹਰ ਸ਼ਨੀਵਾਰ ਤੈਅ ਕੀਤੀ ਗਈ ਸੀ। ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਐਤਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸਪਾਈਸ ਜੈਟ ਦੇ ਜਹਾਜ਼ ਨੇ ਐਤਵਾਰ ਨੂੰ ਬੰਬਈ ਤੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਲਈ ਉਡਾਣ ਭਰੀ, ਜਿਸ ਨੇ ਦੁਰਗਾਪੁਰ ਦੇ ਅੰਡਾਲ ਦੇ ਕਾਜ਼ੀ ਨਜ਼ਰੁਲ ਇਸਲਾਮ ਹਵਾਈ ਅੱਡੇ ਤੇ ਉਤਰਨਾ ਸੀ। ਅਚਾਨਕ ਖਰਾਬ ਮੌਸਮ ਕਾਰਨ ਜਹਾਜ਼ ਤੂਫਾਨ ਦੀ ਲਪੇਟ ਵਿੱਚ ਆ ਗਿਆ, ਜਿਸ ਵਿੱਚ ਕੈਬਨ ਵਿੱਚ ਪਿਆ ਸਮਾਨ ਯਾਤਰੀਆਂ ਤੇ ਡਿੱਗਣ ਲੱਗਾ, ਜਿਸ ਕਾਰਨ 12 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਸਪਾਈਸ ਜੈਟ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸ ਜੈਟ ਦੇ ਬੋਇੰਗ B737 ਜਹਾਜ਼ ਨੂੰ ਬੰਬਈ ਤੋਂ ਦੁਰਗਾਪੁਰ ਲਈ ਲੈਂਡਿੰਗ ਕਰਦੇ ਸਮੇਂ ਫਲਾਈਟ ST945 ਵਿੱਚ ਭਿਆਨਕ ਗੜਬੜ ਹੋ ਗਈ, ਜਿਸ ਕਾਰਨ ਕੁਝ ਯਾਤਰੀ ਜ਼ਖਮੀ ਹੋ ਗਏ। ਹਾਲਾਂਕਿ ਫਲਾਈਟ ਦੁਰਗਾਪੁਰ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਈ। ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਪਹੁੰਚਣ ਤੇ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਕਈ ਦਿਨਾਂ ਤੋਂ ਯੂਕਰੇਨ ਨਾਲ ਜੰਗ ਦਾ ਕੰਟਰੋਲ ਛੱਡਣ ਲਈ ਮਜਬੂਰ ਕੀਤਾ ਗਿਆ ਹੈ, ਕਿਉਂਕਿ ਉਹ ਕੈਂਸਰ ਦੀ ਸਰਜਰੀ ਦੀ ਤਿਆਰੀ ਕਰ ਰਿਹਾ ਹੈ। ਪੁਤਿਨ ਕਥਿਤ ਤੌਰ ਤੇ ਕੱਟੜਪੰਥੀ FSB ਦੇ ਸਾਬਕਾ ਮੁਖੀ ਨਿਕੋਲੋਈ पेटरुशेव ਨੂੰ ਨਾਮਜ਼ਦ ਕਰੇਗਾ, ਜੋ ਹਮਲੇ ਨੂੰ ਅਸਥਾਈ ਤੌਰ ਤੇ ਨਿਯੰਤਰਣ ਕਰਨ ਲਈ ਆਮ ਤੌਰ ਤੇ ਚਾਕੂ ਦੀ ਨੋਕ ਤੇ ਕੰਮ ਕਰੇਗਾ। ਕ੍ਰੈਮਲਿਨ ਦੇ ਇੱਕ ਅੰਦਰੂਨੀ ਨੇ ਦਾਅਵਾ ਕੀਤਾ ਹੈ। ਰੂਸ ਦੀ ਸੁਰੱਖਿਆ ਪਰਿਸ਼ਦ ਦੇ ਮੌਜੂਦਾ ਸਕੱਤਰ 70 ਸਾਲਾ पेटरुशेव ਨੂੰ ਅਜੇ ਵੀ ਯੁੱਧ ਰਣਨੀਤੀ ਦੇ ਮੁੱਖ ਆਰਕੀਟੈਕਟ ਵਜੋਂ ਦੇਖਿਆ ਜਾਂਦਾ ਹੈ। ਡੇਲੀ ਮੇਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ पेटरुशेव ਉਹ ਵਿਅਕਤੀ ਸੀ ਜਿਸ ਨੇ ਪੁਤਿਨ ਨੂੰ ਯਕੀਨ ਦਿਵਾਇਆ ਸੀ ਕਿ ਕੀਵ ਨਵ ਨਾਜ਼ੀਆਂ ਨਾਲ ਭਰਿਆ ਹੋਇਆ ਹੈ। ਪ੍ਰਸਿੱਧ ਟੈਲੀਗ੍ਰਾਮ ਚੈਨਲ ਜਨਰਲ SVR ਰਿਪੋਰਟ ਕਰਦਾ ਹੈ ਕਿ ਇਸ ਦਾ ਸਰੋਤ ਕ੍ਰੈਮਲਿਨ ਵਿੱਚ ਚੰਗੀ ਤਰ੍ਹਾਂ ਰੱਖਿਆ ਗਿਆ ਵਿਅਕਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ਨੀਵਾਰ ਰਾਤ ਇੱਕ ਪ੍ਰੋਗਰਾਮ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਆਪਣਾ ਮਜ਼ਾਕ ਉਡਾਇਆ। ਵਾਈਟ ਹਾਊਸ ਪੱਤਰਕਾਰ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਲਈ ਆਯੋਜਿਤ
ਡਿਨਰ ਪ੍ਰੋਗਰਾਮ ਵਿੱਚ ਬਾਈਡਨ ਨੇ ਕਿਹਾ, ਜ਼ਰਾ ਸੋਚੋ ਜੇਕਰ ਮੇਰੀ ਜਗ੍ਹਾ ਮੇਰੇ ਸਾਬਕਾ ਇਸ ਡਿਨਰ ਵਿੱਚ ਆਏ ਹੁੰਦੇ ਤਾਂ ਕੀ ਹੁੰਦਾ। ਦਰਅਸਲ ਟਰੰਪ ਨੂੰ ਮੀਡੀਆ ਨੂੰ ਲੈ ਕੇ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਬਾਈਡਨ ਨੇ ਉਹਨਾਂ ਤੇ ਵਿਅੰਗ ਕੱਸਦੇ ਹੋਏ ਇਹ ਗੱਲ ਕਹੀ। ਇਸ ਦੌਰਾਨ ਬਾਈਡਨ ਨੇ ਆਪਣਾ ਵੀ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ, ਮੈਂ ਅੱਜ ਰਾਤ ਇੱਥੇ ਆਉਣ ਲਈ ਬਹੁਤ ਉਤਸ਼ਾਹਿਤ ਸੀ ਕਿਉਂਕਿ ਇਹ ਅਮਰੀਕੀਆਂ ਦਾ ਇੱਕੋ ਇੱਕ ਸਮੂਹ ਹੈ ਜੋ ਮੇਰੇ ਹਿਸਾਬ ਨਾਲ ਮੇਰੀ ਲੋਕਪ੍ਰਿਯਤਾ ਦੀ ਰੇਟਿੰਗ ਨੂੰ ਘੱਟ ਦੱਸਦਾ ਹੈ। ਇਸ ਸਾਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਸਾਲ 1921 ਵਿੱਚ ਹੋਈ ਸੀ ਅਤੇ 3 ਸਾਲ ਬਾਅਦ ਕੈਲਵਿਨ ਕਲੀਜ਼ ਇਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਰਾਸ਼ਟਰਪਤੀ ਬਣੇ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਿਸ ਉਦਾਰ ਵਿਸ਼ਵ ਵਿਵਸਥਾ ਨੇ ਆਲਮੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਦੀ ਨੀਂਹ ਰੱਖੀ ਸੀ, ਉਹ ਵਰਤਮਾਨ ਸਮੇਂ ਗੰਭੀਰ ਖਤਰੇ 'ਚ ਹੈ। ਵਾਈਟ ਹਾਊਸ ਵਿੱਚ ਬਾਈਡਨ ਨੇ ਮੀਡੀਆ ਕਰਮੀਆਂ ਨਾਲ ਪ੍ਰੈਸ ਤੇ ਵਿਚਾਰਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਇਸ ਮੌਕੇ 2500 ਤੋਂ ਵੱਧ ਮਹਿਮਾਨ ਹਾਜ਼ਰ ਸੀ ਜੋ ਕਿ ਵੱਖ-ਵੱਖ ਖੇਤਰਾਂ ਤੋਂ ਸਨ। ਅਮਰੀਕੀ ਰਾਸ਼ਟਰਪਤੀ ਨੇ 6 ਸਾਲ ਬਾਅਦ ਵਾਈਟ ਹਾਊਸ ਪੱਤਰਕਾਰਾਂ ਦੀ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ ਵਿੱਚ ਹਿੱਸਾ ਲਿਆ। 2 ਸਾਲ ਇਹ ਸਮਾਗਮ ਕਰੋਨਾ ਵਾਇਰਸ ਦੀਆਂ ਪਾਬੰਦੀਆਂ ਕਾਰਨ ਰੱਦ ਵੀ ਹੁੰਦਾ ਰਿਹਾ। ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੇ 3 ਸਾਲ ਸਮਾਗਮ ਵਿੱਚ ਹਿੱਸਾ ਨਹੀਂ ਲਿਆ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਜਿਨ੍ਹਾਂ ਚੀਜ਼ਾਂ ਬਾਰੇ ਸਾਨੂੰ ਪਹਿਲਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਸੀ, ਉਹਨਾਂ ਲਈ ਹੁਣ ਵੱਡਾ ਖਤਰਾ ਖੜਾ ਹੋ ਗਿਆ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ 'ਚ ਵੀ ਲੋਕਤੰਤਰ ਵਿੱਚ ਜ਼ਹਿਰ ਦੌੜ ਰਿਹਾ ਹੈ। ਝੂਠੀਆਂ ਸੂਚਨਾਵਾਂ ਦਾ ਜਾਲ ਫੈਲਦਾ ਹੀ ਜਾ ਰਿਹਾ ਹੈ। ਸੱਚ ਨੂੰ ਝੂਠ ਨਾਲ ਦੱਬਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਆਜ਼ਾਦ ਮੀਡੀਆ ਦਾ ਮਹੱਤਵ ਹੁਣ ਬਹੁਤ ਵੱਧ ਗਿਆ ਹੈ। ਅਮਰੀਕਾ 'ਚ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੇ ਸ਼ਨੀਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਮੁਲਾਕਾਤ ਕੀਤੀ। ਕਾਂਗਰਸ ਵਫਦ ਦੀ ਅਗਵਾਈ ਕਰ ਰਹੀ ਪੈਲੋਸੀ ਨੇ ਜ਼ੈਲੈਂਸਕੀ ਨੂੰ ਰੂਸ ਨਾਲ ਜੰਗ ਦਾ ਟਾਕਰਾ ਕਰਨ ਤੇ ਹੱਲਾਸ਼ੇਰੀ ਦਿੱਤੀ। ਗੱਲਬਾਤ ਮਗਰੋਂ ਉਹ ਪੋਲੈਂਡ ਲਈ ਰਵਾਨਾ ਹੋ ਗਈ, ਜਿੱਥੇ ਉਹ ਅੱਜ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਕਿਸੇ ਸੀਨੀਅਰ ਆਗੂ ਦਾ ਇਹ ਪਹਿਲਾ ਯੂਕਰੇਨ ਦੌਰਾ ਹੈ। ਪੈਲੋਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ਸਾਡੇ ਵਫਦ ਨੇ ਕੀਵ ਦਾ ਦੌਰਾ ਕਰਕੇ ਪੂਰੀ ਦੁਨੀਆ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਅਮਰੀਕਾ ਯੂਕਰੇਨ ਨਾਲ ਡਟ ਕੇ ਖੜਾ ਹੈ। ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਦਫ਼ਤਰ ਵੱਲੋਂ ਜਾਰੀ ਤਸਵੀਰ ਵਿੱਚ ਪੈਲੋਸੀ ਅਤੇ ਅਮਰੀਕੀ ਵਫਦ ਦੇ ਮੈਂਬਰ ਕੀਵ ਵਿੱਚ ਦਿਖਾਈ ਦੇ ਰਹੇ ਨੇ। ਬਾਅਦ ਵਿੱਚ ਪੈਲੋਸੀ ਦੇ ਦਫ਼ਤਰ ਵੱਲੋਂ ਜਾਰੀ ਵੀਡੀਓ ਵਿੱਚ ਸਪੀਕਰ ਅਤੇ ਜ਼ੈਲੈਂਸਕੀ ਜੰਗ ਵਿੱਚ ਹਮਾਇਤ ਦੇਣ ਲਈ ਇੱਕ ਦੂਜੇ ਨੂੰ ਧੰਨਵਾਦ ਦਿੰਦੇ ਦਿਖਾਈ ਦੇ ਰਹੇ ਨੇ। ਜ਼ੈਲੈਂਸਕੀ ਨੇ ਕਿਹਾ, ਅਸੀਂ ਇਕੱਠਿਆਂ ਇਹ ਜੰਗ ਜਿੱਤਾਂਗੇ। ਪੈਲੋਸੀ ਨੇ ਕਿਹਾ, ਅਸੀਂ ਜੰਗ ਜਿੱਤ 'ਚ ਹੋਣ ਤੱਕ ਪੂਰੀ ਹਮਾਇਤ ਦੇਵਾਂਗੇ। ਵਫਦ ਵਿੱਚ ਗ੍ਰੈਗਰੀ ਮੀਕਸ ਆਦਿ ਸ਼ਾਮਲ ਸਨ। ਭਾਰਤੀ ਮੂਲ ਦੇ ਆਈਟੀ ਮਾਹਿਰ ਨੰਦ ਮੂਲ ਚੰਦਨੀ ਨੂੰ ਅਮਰੀਕਾ 'ਚ ਸੈਂਟਰਲ ਇੰਟੈਲੀਜੈਂਸ ਏਜੰਸੀ ਦਾ ਮੁੱਖ ਟੈਕਨੋਲੋਜੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। CIA ਦੇ ਡਾਇਰੈਕਟਰ ਵਿਲੀਅਮ ਜੇ ਵਰਨਸ ਨੇ ਇਹ ਐਲਾਨ ਕੀਤਾ। ਕੇਂਦਰੀ ਜਾਂਚ ਏਜੰਸੀ ਮੁਤਾਬਕ ਮੂਲ ਚੰਦਾਨੀ ਨੂੰ ਸਿਲਿਕਨ ਵੈਲੀ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ। ਮੂਲ ਚੰਦਾਨੀ ਦੇ ਕਾਰਨੇਲ ਤੋਂ ਕੰਪਿਊਟਰ ਵਿਗਿਆਨ ਅਤੇ ਗਣਿਤ ਵਿੱਚ ਡਿਗਰੀਆਂ, ਸਟੈਨਫੋਰਡ ਤੋਂ ਪ੍ਰਬੰਧਨ ਵਿੱਚ ਵਿਗਿਆਨ ਦੀ ਡਿਗਰੀ ਅਤੇ ਹਾਰਵਰਡ ਤੋਂ ਜਨਤਕ ਪ੍ਰਸ਼ਾਸਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹਨਾਂ ਨੇ 1979 ਤੋਂ 1987 ਤੱਕ ਬਲੂ ਬੈਲ ਸਕੂਲ ਇੰਟਰਨੈਸ਼ਨਲ ਦਿੱਲੀ ਵਿੱਚ ਪੜ੍ਹਾਈ ਕੀਤੀ। CIA ਦੇ ਅਨੁਸਾਰ ਮੂਲ ਚੰਦਾਨੀ ਨੂੰ ਸਿਲਿਕਨ ਵੈਲੀ ਵਿੱਚ 25 ਸਾਲ ਤੋਂ ਵੱਧ ਦਾ ਲੰਬਾ ਤਜਰਬਾ ਹੈ। CIA ਦੇ ਡਾਇਰੈਕਟਰ ਵਿਲੀਅਮ ਜੇ ਵਰਨਸ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਨੂੰ ਕੇਂਦਰ ਖੁਫੀਆ ਏਜੰਸੀ ਦੇ ਮੁੱਖ ਟੈਕਨੋਲੋਜੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ। ਅਮਰੀਕੀ ਖੁਫੀਆ ਏਜੰਸੀ CIA ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੂਲ ਚੰਦਾਨੀ ਕੋਲ CIA ਦਾ ਕਾਫੀ ਤਜਰਬਾ ਹੈ। ਮੂਲ ਚੰਦਾਨੀ ਯਕੀਨੀ ਬਣਾਉਣਗੇ ਕਿ CIA ਆਪਣਾ ਸੰਚਾਲਨ ਵਿੱਚ ਆਧੁਨਿਕ ਤਕਨੀਕ ਦਾ ਲਾਭ ਉਠਾ ਸਕੇ। ਅਮਰੀਕਾ ਦੇ ਕੰਸਾਸ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਕਾਰਨ ਸੈਂਕੜੇ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਕਈ ਲੋਕ ਜ਼ਖਮੀ ਹੋਏ ਨੇ, ਜਦੋਂ ਕਿ 15,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਤੂਫਾਨ ਦੇ ਵਿਚਕਾਰ ਕੰਸਾਸ ਪਰਤ ਰਹੇ ਓਕਲਾਹੋਮਾ ਮੌਸਮ ਵਿਗਿਆਨ ਯੂਨੀਵਰਸਿਟੀ ਦੇ 3 ਵਿਦਿਆਰਥੀ ਸ਼ੁੱਕਰਵਾਰ ਸ਼ਾਮ ਇੱਕ ਹਾਦਸੇ ਵਿੱਚ ਮਾਰੇ ਗਏ। ਓਕਲਾਹੋਮਾ ਹਾਈਵੇ ਪੈਟਰੋਲ ਦੀ ਰਿਪੋਰਟ ਮੁਤਾਬਕ ਟੈਕਸਾਸ ਨਿਵਾਸੀ ਨਿਕੋਲਜ਼ ਨਾਇਰ, ਇਲੀਨੋਇਸ ਨਿਵਾਸੀ ਗੇਵਿਨ ਸ਼ਾਰਟ ਅਤੇ ਇੰਡੀਆਨਾ ਨਿਵਾਸੀ ਡ੍ਰੇਕ ਬਰੂਕਸ ਦੀ ਸ਼ੁੱਕਰਵਾਰ ਰਾਤ ਕਰੀਬ 11:30 ਵਜੇ ਹਾਦਸੇ ਵਿੱਚ ਮੌਤ ਹੋ ਗਈ। ਐਂਡੋਵਰ ਦੇ ਡਿਪਟੀ ਫਾਇਰ ਚੀਫ ਮਾਈਕ ਰੂਜ਼ਵੈਲਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਤੂਫਾਨ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 30 ਏਜੰਸੀਆਂ ਦੇ 200 ਤੋਂ ਵੱਧ ਐਮਰਜੈਂਸੀ ਕਰਮਚਾਰੀਆਂ ਦੇ ਨਾਲ ਸ਼ਨੀਵਾਰ ਨਾਲ ਖੋਜ ਅਤੇ ਬਚਾਅ ਕਾਰਜ ਜਾਰੀ ਰਹੇ। ਕੰਸਾਸ ਦੀ ਗਵਰਨਰ ਲੌਰਾ ਕੈਲੀ ਨੇ ਸਭ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ 97,000 ਏਕੜ ਤੋਂ ਵੱਧ ਖੇਤਰਾਂ ਵਿੱਚ ਫੈਲ ਗਈ ਹੈ। ਰਾਸ਼ਟਰੀ ਫਾਇਰ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ
ਕਿ ਪੂਰੇ ਖੇਤਰ ਵਿੱਚ ਤੇਜ਼ ਹਵਾਵਾਂ ਕਾਰਨ ਕੱਲ ਅੱਗ ਤੇਜ਼ੀ ਨਾਲ ਪੂਰਬ ਵੱਲ ਲਾਸ ਵੇਗਾਸ ਅਤੇ ਦੱਖਣੀ ਵਿੱਚ ਗਲਿਨਾਸ ਕੈਨੀਅਨ ਤੱਕ ਫੈਲ ਗਈ। ਹਵਾ ਕਾਰਨ ਅੱਗ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨਿਕਾਸੀ ਅਤੇ ਸੜਕਾਂ ਨੂੰ ਬੰਦ ਕਰਨ ਲਈ ਕਈ ਬਦਲਾਅ ਕੀਤੇ ਗਏ। ਇਹ ਸਥਿਤੀ ਅੱਜ ਵੀ ਜਾਰੀ ਰਹੇਗੀ। ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਲੱਗੀ ਇਸ ਅੱਗ ਦੀ ਲਪੇਟ ਵਿੱਚ ਹੁਣ ਤੱਕ 97,064 ਏਕੜ ਰਕਬਾ ਆ ਚੁੱਕਾ ਹੈ, ਜਿਸ ਵਿੱਚੋਂ 32% ਅੱਗ ਤੇ ਕਾਬੂ ਪਾ ਲਿਆ ਗਿਆ। ਪਿਛਲੇ 24 ਘੰਟਿਆਂ 'ਚ ਅੱਗ 30,000 ਏਕੜ ਤੱਕ ਫੈਲ ਗਈ ਹੈ ਤੇ ਹੁਣ ਤੱਕ 1,020 ਫਾਇਰ ਫਾਈਟਰਸ ਇਸ ਤੇ ਕਾਬੂ ਪਾਉਣ 'ਚ ਲੱਗੇ ਹੋਏ ਨੇ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਨਿਊ ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਨਿਕਾਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਮਈ ਦਿਵਸ ਦੇ ਜਸ਼ਨ ਉਦੋਂ ਮਾਤਮ ਵਿੱਚ ਬਦਲ ਗਿਆ ਜਦੋਂ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਅੰਨ੍ਹੇਵਾਹ ਗੋਲੀਆਂ ਚੱਲ ਪਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਕੇਸ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਮਈ ਦਿਵਸ ਸੰਬੰਧੀ ਮਿਸੀਸਿਪੀ ਸ਼ਹਿਰ ਵਿੱਚ 27 ਅਪ੍ਰੈਲ ਤੋਂ 1 ਮਈ ਤੱਕ ਫੂਡ ਫੈਸਟੀਵਲ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਉੱਥੇ ਗੋਲੀਆਂ ਚੱਲ ਪਈਆਂ, ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 5 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਸੀਸਿਪੀ ਵਿੱਚ ਇੱਕ ਤਿਉਹਾਰ ਵਿੱਚ ਹੋਈ ਗੋਲਾਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਿੰਟਸ ਕਾਉਂਟੀ ਸ਼ੈਰਿਫ ਟਾਇਰ ਜੌਨਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਸ਼ਨੀਚਰਵਾਰ ਰਾਤ ਨੂੰ ਕਈ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਇੱਕ ਵਿਅਕਤੀ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਜੌਨਸ ਨੇ ਕਿਹਾ ਕਿ ਘਟਨਾ ਮਿਸੀਸਿਪੀ ਸਟੇਟ ਫੇਅਰ ਗਰਾਊਂਡ 'ਚ ਹੋਈ, ਜੋ ਮਿਸੀਸਿਪੀ ਮਰਡ ਵਰਗ ਤਿਉਹਾਰ ਦੀ ਮੇਜ਼ਬਾਨੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਇੱਕ ਅਧਿਕਾਰੀ ਦੀ ਜਾਂਚ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਮਿਸੀਸਿਪੀ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸਹਾਇਤਾ ਲਈ ਬੁਲਾਇਆ ਗਿਆ ਹੈ। ਮਈ ਦਿਵਸ ਮੌਕੇ ਯੂਰਪ ਦੇ ਕਈ ਸ਼ਹਿਰਾਂ ਵਿੱਚ ਕਿਰਤੀਆਂ ਅਤੇ ਟ੍ਰੇਡ ਯੂਨੀਅਨ ਵੱਲੋਂ ਮਾਰਚ ਕੱਢ ਕੇ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਗਿਆ। ਫਰਾਂਸ ਵਿੱਚ ਕਿਰਤੀਆਂ ਦੇ ਸਨਮਾਨ ਵਿੱਚ ਛੁੱਟੀ ਰੱਖੀ ਗਈ ਅਤੇ ਰੈਲੀ ਦੌਰਾਨ ਮੁੜ ਤੋਂ ਚੁਣੇ ਗਏ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਖਿਲਾਫ ਭੜਾਸ ਕੱਢੀ ਗਈ। ਇਟਲੀ ਵਿੱਚ ਮਹਾਮਾਰੀ ਦੇ 2 ਸਾਲਾਂ ਬਾਅਦ ਰੋਮ ਵਿੱਚ ਵੱਡੇ ਸੰਗੀਤਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ, ਜਦਕਿ ਹੋਰ ਸ਼ਹਿਰਾਂ ਵਿੱਚ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਰੈਲੀਆਂ ਦੌਰਾਨ ਰੂਸ ਨੂੰ ਯੂਕਰੇਨ ਵਿੱਚ ਜੰਗ ਖਤਮ ਕਰਨ ਦਾ ਸੱਦਾ ਵੀ ਦਿੱਤਾ ਗਿਆ। ਸਲੋਵਾਕੀਆ ਅਤੇ ਚੈਕ ਰਿਪਬਲਿਕ ਸਮੇਤ ਹੋਰ ਕਈ ਮੁਲਕਾਂ 'ਚ ਵਿਦਿਆਰਥੀਆਂ ਅਤੇ ਹੋਰਾਂ ਨੇ ਯੂਕਰੇਨ ਦੀ ਹਮਾਇਤ ਵਿੱਚ ਰੈਲੀ ਕੀਤੀ। ਉਧਰ ਕਮਿਊਨਿਸਟਾਂ ਅਤੇ ਯੂਰੋਪੀਅਨ ਯੂਨੀਅਨ ਵਿਰੋਧੀ ਧੜਿਆਂ ਨੇ ਵੀ ਆਪਣੇ ਇਕੱਠ ਕੀਤੇ। ਫਰਾਂਸ ਵਿੱਚ ਮਈ ਦਿਵਸ ਮੌਕੇ ਕੀਤੀਆਂ ਗਈਆਂ ਰੈਲੀਆਂ ਦੌਰਾਨ ਮੈਕਰੋਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦਾ ਦੂਜਾ ਕਾਰਜਕਾਲ ਚੁਣੌਤੀਆਂ ਭਰਪੂਰ ਹੋਏਗਾ। ਵਿਰੋਧੀ ਧਿਰ ਉਹਨਾਂ ਦੀ ਸਰਕਾਰ ਦੇ ਬਹੁਮਤ ਨੂੰ ਤੋੜਨ ਦਾ ਯਤਨ ਕਰ ਰਹੀਆਂ ਨੇ। ਉੱਥੇ ਜੂਨ ਵਿੱਚ ਸਥਾਨਕ ਚੋਣਾਂ ਨੇ ਮੈਕਰੋਂ ਖਿਲਾਫ ਚੋਣ ਲੜਨ ਵਾਲੀ ਮੈਰੀਨੇ ਲੀ ਪੇਨ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ, ਜਦਕਿ ਨੈਸ਼ਨਲ ਰੈਲੀ ਪਾਰਟੀ ਦੇ ਅੰਤਰਿਮ ਪ੍ਰਧਾਨ ਜਾਰਡਨ ਬਾਰਡੇਲਾ ਨੇ ਕਿਹਾ ਕਿ ਫਰਾਂਸ ਵਿੱਚ ਅਜੇ VOTING ਖਤਮ ਨਹੀਂ ਹੋਈ ਹੈ ਅਤੇ ਲੋਕ ਮੈਕਰੋਂ ਨੂੰ ਪੂਰੀ ਸੱਤਾ ਨਹੀਂ ਸੌਂਪਣਗੇ। ਕੈਨੇਡਾ ਵਿਖੇ ਪੜ੍ਹਾਈ ਲਈ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਹਰ ਦੂਜੇ ਦਿਨ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਤਰ੍ਹਾਂ ਬਰੈਂਪਟਨ ਦੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਨਵਪ੍ਰੀਤ ਸਿੰਘ ਮਾਣੂਕੂ ਪੁੱਤਰ ਅੰਮ੍ਰਿਤ ਸਿੰਘ ਪਿੰਡ ਮਾਣਕੀ ਖੰਨਾ ਲੁਧਿਆਣਾ ਦੀ ਲੰਘੇ ਕੱਲ੍ਹ 30 ਅਪ੍ਰੈਲ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਹਾਰਟ ਅਟੈਕ ਨਾਲ ਮੌਤ ਹੋ ਗਈ। ਨੌਜਵਾਨ ਨੂੰ ਇਟੋਬੀਕੋ ਜਨਰਲ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਨੌਜਵਾਨ ਕੈਨੇਡੀਅਨ ਪ੍ਰੋਵਿੰਸ ਨੋਵਾ ਸਕੋਸ਼ੀਆ ਵਿੱਚ ਪੜ੍ਹਨ ਲਈ ਆਇਆ ਸੀ ਅਤੇ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਰਹਿੰਦਾ ਸੀ। ਇੱਥੇ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵੱਖ-ਵੱਖ ਕਾਰਨਾਂ ਕਰਕੇ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੰਜਾਬੀ ਭਾਈਚਾਰਾ ਬਹੁਤ ਚਿੰਤਤ ਹੈ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਕੈਨੇਡਾ 'ਚ ਗੋਲਾਬਾਰੀ ਸਣੇ ਹਿੰਸਕ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਸ ਤੇ ਚੱਲਦਿਆਂ ਹੀ ਇੱਕ ਹੀ ਦਿਨ ਵਿੱਚ ontario ਦੀਆਂ 2 ਥਾਵਾਂ ਤੇ ਗੋਲਾਬਾਰੀ ਹੋਈ। ਇਟੀਬੀਕੋਕ ਤੇ ਬਰੈਂਪਟਨ ਵਿੱਚ ਵਾਪਰੀ ਇਸ ਵਾਰਦਾਤ ਦੌਰਾਨ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋਏ। ontario ਵਿੱਚ ਗੋਲਾਬਾਰੀ ਦੀ ਪਹਿਲੀ ਘਟਨਾ ਇਟੀਬੀਕੋਕ ਵਿੱਚ ਵਾਪਰੀ, ਜਿੱਥੇ ਸ਼ਨੀਵਾਰ ਬਾਅਦ ਦੁਪਹਿਰ ਹੋਈ ਵਾਰਦਾਤ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਗੱਲਬਾਤ ਦੌਰਾਨ ਯੂਕਰੇਨੀ ਸ਼ਹਿਰ ਮਾਰੀਉਪੋਲ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਸੰਯੁਕਤ ਰਾਸ਼ਟਰ ਦੇ ਯਤਨਾਂ ਦੀ ਪ੍ਰਗਤੀ ਬਾਰੇ ਚਰਚਾ ਕੀਤੀ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਗੱਲਬਾਤ ਦੌਰਾਨ ਜੌਨਸਨ ਨੇ ਯੂਕਰੇਨ ਨੂੰ ਲਗਾਤਾਰ ਆਰਥਿਕ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀ ਪੇਸ਼ਕਸ਼ ਵੀ ਕੀਤੀ। ਜੌਨਸਨ ਦੇ ਡਾਊਨਿੰਗ ਸਟਰੀਟ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਦੇਖਦੇ ਹੋਏ ਕਿ ਯੂਕਰੇਨ ਦੇ ਲੋਕ ਆਪਣੀ ਆਜ਼ਾਦੀ ਲਈ ਕਿੰਨੀ ਸਖਤ ਮਿਹਨਤ ਕਰ ਰਹੇ ਨੇ, ਉਹ ਯੂਕਰੇਨ ਨੂੰ ਮਜ਼ਬੂਤ ਕਰਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਨਾਕਾਮ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਦ੍ਰਿੜ ਨੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਯੂਕੇ ਯੂਕਰੇਨ ਨੂੰ ਆਪਣੀ ਰੱਖਿਆ ਲਈ ਲੋੜੀਂਦੇ ਸਾਜ਼ੋ ਸਮਾਨ ਪ੍ਰਦਾਨ ਕਰਨ ਲਈ ਵਾਧੂ ਫੌਜੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।
सऊदी अरब की पवित्र मस्जिद ए नबवी विच पीएम शहबाज शरीफ खिलाफ नारेबाजी करवाना इमरान खान नूं महंगा पै गया। फैसलाबाद विच इमरान ते उन्हां दे साथियां ते केस दर्ज कर लिया गया है। गृह मंत्री राणा सन्ना उल्लाह ने कहा कि मदीना वर्गी पवित्र इबादतगाह ते सियासी नारेबाजी करना अजिहा गुनाह है जो कदे माफ नहीं किया जा सकता। हुण इमरान खान ते उन्हां दे साथियां नूं किसी भी वेले गिरफ्तार किया जा सकता है। सऊदी अरब भी उन्हां दे खिलाफ सख्त कदम उठा सकता है। इमरान तो इलावा फवाद चौधरी, शहबाज गिल, कासिम सूरी, शहजादा जहांगीर खान, अनर मुसरत ते शेख रशीद खिलाफ केस दर्ज किया गया। मदीना विच नारेबाजी करने वाले शेख रशीद सफीक नूं सऊदी अरब तो इस्लामाबाद परतन वेले एयरपोर्ट ते ही गिरफ्तार कर लिया गया। सफेद इमरान सरकार विच गृह मंत्री रहे शेख रशीद दे भतीजे ने सारे लोगों ते पवित्र इबादतगाह ते नारेबाजी ते मजहबी भावनावां नूं ठेस पहुंचाउण दा दोष है। इन्हां दोषां ते साबित होण तो 5 ਤੋਂ 8 साल की सज़ा, तगड़ा जुर्माना हो सकता है। इस तरह हुण तक ਦੀਆਂ खबरां मैनूं वरुण कौर मानू दिओ आ गया। होर खबरां दे लई साडा YouTube चैनल पंजाब मेल USA TV जरूर सबसक्राइब करो। सत श्री अकाल।